किताब दा नाम एक ते उपजै एक समावै। लेखक दा नाम गुरजंट सिंह आस्ट्रेलिया। आवाज़ जगजीत सिंह ईसेवाल। अध्याय 11वां भगती। ਅਸੀਂ ਸਭ ਜਾਣਦੇ ਹਾਂ ਕਿ ਪਰਮਾਤਮਾ ਦਾ ਨਾਮ ਜਪਣ ਨੂੰ ਭਗਤੀ ਕਿਹਾ ਜਾਂਦਾ ਹੈ। ਭਗਤੀ ਹੀ ਇੱਕ ਅਜਿਹੀ ਕਿਰਿਆ ਹੈ ਜਿਸ ਦੁਆਰਾ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਭਗਤੀ ਕਰਨ ਲਈ ਗੁਰੂ ਦਾ ਹੋਣਾ ਲਾਜ਼ਮੀ ਹੈ, ਕਿਉਂਕਿ ਗੁਰੂ ਦੀ ਸਿੱਖਿਆ ਧਰਮ ਹੈ ਤੇ ਧਰਮ ਵਿੱਚ ਰਹਿ ਕੇ ਹੀ ਭਗਤੀ ਹੁੰਦੀ ਹੈ। ਭਗਤੀ ਲਈ ਮੁੱਖ ਰੂਪ ਵਿੱਚ 5 ਨਿਯਮ ਹਨ। ਪਹਿਲਾ, ਨਿੰਦਿਆ ਚੁਗਲੀ ਨਾ ਕਰਨਾ। ਦੂਜਾ, ਸੱਚ ਬੋਲਣਾ। ਤੀਜਾ, ਹੱਕ ਹਲਾਲ ਦੀ ਕਮਾਈ ਕਰਨਾ। ਚੌਥਾ, ਪਰਮਾਤਮਾ ਉੱਤੇ ਅਟੁੱਟ ਵਿਸ਼ਵਾਸ ਰੱਖਣਾ। ਪੰਜਵਾਂ, ਜਾਤ ਦਾ ਪਾਲਣ ਕਰਨਾ। ਧਾਰਮਿਕ ਗ੍ਰੰਥ ਸਾਨੂੰ ਚੰਗੇ ਇਨਸਾਨ ਬਣਨ ਦੀ ਸਿੱਖਿਆ ਦਿੰਦੇ ਹਨ ਤੇ ਬ੍ਰਹਮ ਵਿਦਿਆ ਸਿਖਾਉਂਦੇ ਹਨ। ਕੁਝ ਲੋਕ ਇਹ ਸੋਚਦੇ ਹਨ ਕਿ ਧਾਰਮਿਕ ਗ੍ਰੰਥਾਂ ਦੇ ਅਰਥ ਜਾਣਨਾ ਹੀ ਜ਼ਰੂਰੀ ਹੈ। ਉਹ ਕਹਿੰਦੇ ਹਨ ਕਿ ਇਹਨਾਂ ਦੇ ਅਰਥ ਜਾਣ ਕੇ ਅਸੀਂ ਆਪਣਾ ਜੀਵਨ ਸੰਵਾਰ ਸਕਦੇ ਹਾਂ। ਉਹ ਸੋਚਦੇ ਹਨ ਕਿ ਜਦ ਅਸੀਂ ਇੱਕ ਵਾਰ ਕਿਸੇ ਗ੍ਰੰਥ ਨੂੰ ਪੜ੍ਹ ਲਿਆ ਤੇ ਉਸ ਵਿੱਚ ਲਿਖੀਆਂ ਗੱਲਾਂ ਨੂੰ ਸਮਝ ਲਿਆ, ਤਾਂ ਉਸ ਤੋਂ ਬਾਅਦ ਸਾਨੂੰ ਉਸ ਗ੍ਰੰਥ ਨੂੰ ਬਾਰ-ਬਾਰ ਹਰ ਰੋਜ਼ ਪੜ੍ਹਨ ਦੀ ਕੋਈ ਲੋੜ ਨਹੀਂ ਹੈ। ਉਹ ਸੋਚਦੇ ਹਨ ਕਿ ਧਾਰਮਿਕ ਗ੍ਰੰਥ ਨੂੰ ਬਾਰ-ਬਾਰ ਪੜ੍ਹਨਾ ਸਮੇਂ ਦੀ ਬਰਬਾਦੀ ਹੈ। ਇਹ ਉਹਨਾਂ ਲੋਕਾਂ ਨੂੰ ਮੂਰਖ ਸਮਝਦੇ ਹਨ ਜਿਹੜੇ ਧਾਰਮਿਕ ਗ੍ਰੰਥਾਂ ਦਾ ਹਰ ਰੋਜ਼ ਪਾਠ ਕਰਦੇ ਹਨ। ਇਹ ਲੋਕ ਸੋਚਦੇ ਹਨ ਕਿ ਜੇਕਰ ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਵਾਲੇ ਨੂੰ ਉਹਨਾਂ ਗ੍ਰੰਥਾਂ ਵਿੱਚ ਲਿਖੇ ਹੋਏ ਵਾਕਾਂ ਦਾ ਪੂਰਨ ਅਰਥ ਨਹੀਂ ਪਤਾ, ਤਾਂ ਅਜਿਹੇ ਲੋਕਾਂ ਨੂੰ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੈ। ਇਹਨਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਬਾਣੀ ਦੇ ਅਰਥ ਜਾਣਨਾ ਜ਼ਰੂਰੀ ਹੈ। ਇਹ ਗੱਲ ਬਿਲਕੁਲ ਠੀਕ ਹੈ, ਪਰ ਇਹਨਾਂ ਦਾ ਇਹ ਕਹਿਣਾ ਕਿ ਜੋ ਬਿਨਾਂ ਅਰਥ ਜਾਣੇ ਬਾਣੀ ਪੜ੍ਹਦਾ ਹੈ ਜਾਂ ਹਰ ਰੋਜ਼ ਬਾਣੀ ਪੜ੍ਹਦਾ ਹੈ, ਉਸ ਦਾ ਕੋਈ ਫਾਇਦਾ ਨਹੀਂ। ਇਹਨਾਂ ਦਾ ਇਹ ਕਥਨ ਬਿਲਕੁਲ ਗਲਤ ਹੈ। ਇਹ ਲੋਕ ਬਾਣੀ ਦੇ ਸ਼ਬਦਾਂ ਨਾਲ ਹੀ ਜੁੜੇ ਹੋਏ ਹਨ, ਪਰ ਇਹ ਬਾਣੀ ਦੀ ਭਾਵਨਾ ਨਾਲ ਨਹੀਂ ਜੁੜੇ। ਬੇਸ਼ੱਕ ਤੁਹਾਨੂੰ ਅਰਥ ਨਾ ਪਤਾ ਹੋਵੇ, ਫਿਰ ਵੀ ਤੁਸੀਂ ਬਾਣੀ ਪੜ੍ਹੀ ਜਾਵੋ ਤਾਂ ਪਰਮਾਤਮਾ ਤੱਕ ਪਹੁੰਚ ਸਕਦੇ ਹੋ। ਜੇਕਰ ਤੁਹਾਨੂੰ ਬਾਣੀ ਸੁਣ ਕੇ ਜਾਂ ਪੜ੍ਹ ਕੇ ਆਨੰਦ ਆਉਂਦਾ ਹੈ ਤਾਂ ਇਹ ਬਹੁਤ ਹੀ ਵਧੀਆ ਗੱਲ ਹੈ। ਪਰਮਾਤਮਾ ਹਮੇਸ਼ਾ ਸਾਡੀ ਭਾਵਨਾ ਦੇਖਦਾ ਹੈ, ਨਾ ਕਿ ਸਾਡਾ ਗਿਆਨ। ਸਾਡੇ ਕਾਲਜ ਵਿੱਚ ਇੱਕ ਵਾਰੀ ਕੋਈ ਵਿਦਵਾਨ ਆਇਆ ਸੀ। ਉਸ ਦੀਆਂ ਕਹੀਆਂ ਹੋਈਆਂ ਗੱਲਾਂ ਮੈਨੂੰ ਅੱਜ ਤੱਕ ਚੰਗੀ ਤਰ੍ਹਾਂ ਯਾਦ ਹਨ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਕਾਫੀ ਖੋਜ ਕੀਤੀ ਸੀ। ਉਹ ਕਾਫੀ ਗਿਆਨੀ ਸੀ, ਪਰ ਉਸ ਨੇ ਇੱਕ ਅਜਿਹੀ ਗੱਲ ਕਹੀ ਜਿਸ ਉੱਤੇ ਮੈਨੂੰ ਹਾਸਾ ਆ ਗਿਆ। ਉਸ ਨੇ ਕਿਹਾ ਕਿ ਕਈ ਵਾਰੀ ਲੋਕ ਕੀਰਤਨ ਸੁਣਦੇ ਸੁਣਦੇ ਝੂਮਣ ਲੱਗ ਜਾਂਦੇ ਹਨ, ਪਰ ਉਹਨਾਂ ਨੂੰ ਕੀਰਤਨ ਦੁਆਰਾ ਗਾਈ ਜਾਣ ਵਾਲੀ ਬਾਣੀ ਦੇ ਅਰਥਾਂ ਦਾ ਬਿਲਕੁਲ ਵੀ ਪਤਾ ਨਹੀਂ ਹੁੰਦਾ। ਉਹ ਅਜਿਹੇ ਲੋਕਾਂ ਨੂੰ ਮੂਰਖ ਦੱਸ ਰਿਹਾ ਸੀ। ਉਹ ਉਹਨਾਂ ਲੋਕਾਂ ਦਾ ਮਜ਼ਾਕ ਉਡਾ ਰਿਹਾ ਸੀ ਜਿਹੜੇ ਅਰਥਾਂ ਤੋਂ ਅਣਜਾਣ ਹੁੰਦੇ ਹਨ, ਪਰ ਕੀਰਤਨ ਸੁਣ ਕੇ ਮੰਤਰ ਮੁਗਧ ਹੋ ਝੂਮਣ ਲੱਗ ਜਾਂਦੇ ਹਨ। ਉਹ ਹੱਸ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਬਾਣੀ ਦੇ ਅਰਥਾਂ ਦਾ ਪਤਾ ਨਹੀਂ ਹੁੰਦਾ ਤੇ ਲੋਕ ਡਮਰੂ ਵਾਂਗ ਸਿਰ ਹਿਲਾਉਣ ਲੱਗ ਜਾਂਦੇ ਹਨ। ਉਸ ਸਮੇਂ ਮੈਂ ਸਮਝ ਗਿਆ ਕਿ ਇਸ ਦਾ ਗਿਆਨ ਸਿਰਫ ਅੱਖਰਾਂ ਤੱਕ ਹੀ ਸੀਮਿਤ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਵਨਾ ਨਾਲ ਨਹੀਂ ਜੁੜਿਆ। ਇਸ ਤਰ੍ਹਾਂ ਦੇ ਵਿਦਵਾਨਾਂ ਉੱਤੇ ਉਹ ਕਹਾਵਤ ਬੜੀ ਵਧੀਆ ਢੁੱਕਦੀ ਹੈ ਕਿ ਬਹੁਤਾ ਪੜ੍ਹਿਆ ਲਿਖਿਆ ਵੀ ਉੱਲੂ ਹੀ ਹੁੰਦਾ ਹੈ। ਜਦ ਤੁਸੀਂ ਝੂਮਦੇ ਹੋ ਤਾਂ ਇਸ ਸਥਿਤੀ ਵਿੱਚ ਜੋ ਊਰਜਾ ਸਾਡੇ ਅੰਦਰ ਪੈਦਾ ਹੁੰਦੀ ਹੈ,
ਇਹ ਅਨਹਦ ਨਾਦ ਨੂੰ ਜਗਾਉਣ ਵਿੱਚ ਬਹੁਤ ਹੀ ਲਾਹੇਵੰਦ ਹੁੰਦੀ ਹੈ। ਅਨਹਦ ਨਾਦ ਕੀ ਹੈ, ਇਸ ਬਾਰੇ ਤੁਹਾਨੂੰ ਅੱਗੇ ਦੱਸਿਆ ਜਾਵੇਗਾ, ਪਰ ਜੋ ਗੱਲ ਇਸ ਸਮੇਂ ਚੱਲ ਰਹੀ ਹੈ ਇਸ ਬਾਰੇ ਮੈਂ ਤਾਂ ਇਹ ਹੀ ਕਹਾਂਗਾ ਕਿ ਜੇਕਰ ਕੀਰਤਨ ਸੁਣ ਕੇ ਕੋਈ ਝੂਮਣ ਲੱਗ ਜਾਵੇ ਤਾਂ ਇਸ ਤੋਂ ਵਧੀਆ ਹੋਰ ਕੁਝ ਹੋ ਹੀ ਨਹੀਂ ਸਕਦਾ। ਪਰ ਕਦੇ-ਕਦੇ ਕੀਰਤਨ ਸੁਣ ਕੇ ਝੂਮਣ ਨਾਲ ਕੁਝ ਨਹੀਂ ਹੋਣਾ, ਗੱਲ ਤਾਂ ਹਰ ਰੋਜ਼ ਝੂਮਣ ਨਾਲ ਹੀ ਬਣੇਗੀ। ਅਸੀਂ ਬਾਣੀ ਦੀ ਗੱਲ ਕਰ ਰਹੇ ਸੀ। ਜੋ ਲੋਕ ਇਹ ਸੋਚਦੇ ਹਨ ਕਿ ਬਾਣੀ ਬਾਰ-ਬਾਰ ਪੜ੍ਹਨ ਦੀ ਲੋੜ ਨਹੀਂ, ਉਹਨਾਂ ਦੇ ਮਨ ਵਿੱਚ ਇਸ ਸਮੇਂ ਸਵਾਲ ਪੈਦਾ ਹੋ ਰਿਹਾ ਹੋਵੇਗਾ ਕਿ ਜੇਕਰ ਬਾਣੀ ਬਾਰ-ਬਾਰ ਪੜ੍ਹਨੀ ਚਾਹੀਦੀ ਹੈ ਤਾਂ ਇਸ ਦਾ ਕਾਰਨ ਕੀ ਹੈ? ਅਸੀਂ ਇਸ ਨੂੰ ਬਾਰ-ਬਾਰ ਕਿਉਂ ਪੜ੍ਹੀਏ? ਮੈਂ ਤੁਹਾਡੇ ਅੱਗੇ ਇਸ ਸੰਬੰਧੀ ਇੱਕ ਉਦਾਹਰਣ ਪੇਸ਼ ਕਰਨ ਜਾ ਰਿਹਾ ਹਾਂ। ਇੱਕ ਇੰਜਣ ਅਲਟੀਨੇਟਰ ਨੂੰ ਘੁਮਾਉਂਦਾ ਹੈ। ਅਲਟੀਨੇਟਰ ਦੇ ਘੁੰਮਣ ਨਾਲ ਬਿਜਲੀ ਪੈਦਾ ਹੁੰਦੀ ਹੈ। ਇਸ ਬਿਜਲੀ ਨਾਲ ਪਾਣੀ ਵਾਲੀ ਮੋਟਰ ਚੱਲਦੀ ਹੈ। ਜਦ ਮੋਟਰ ਚੱਲਦੀ ਹੈ ਤਾਂ ਹੀ ਧਰਤੀ ਵਿੱਚੋਂ ਪਾਣੀ ਬਾਹਰ ਨਿਕਲਦਾ ਹੈ। ਇੱਥੇ ਮੈਂ ਇੰਜਣ ਪਰਮਾਤਮਾ ਨੂੰ ਕਹਿ ਰਿਹਾ ਹਾਂ। ਅਲਟੀਨੇਟਰ ਬ੍ਰਹਮ ਗਿਆਨੀ ਮਨੁੱਖ ਹੈ। ਬਿਜਲੀ ਬਾਣੀ ਹੈ। ਪਾਣੀ ਵਾਲੀ ਮੋਟਰ ਸਾਡਾ ਸਰੀਰ ਹੈ ਤੇ ਪਾਣੀ ਹੈ ਅੰਮ੍ਰਿਤ। ਬ੍ਰਹਮ ਗਿਆਨੀ ਮਨੁੱਖ ਨੂੰ ਪਰਮਾਤਮਾ ਤੋਂ ਅਜਿਹੀ ਊਰਜਾ ਪ੍ਰਾਪਤ ਹੁੰਦੀ ਹੈ ਜਿਸ ਦੇ ਕਾਰਨ ਉਹ ਬਾਣੀ ਦੀ ਰਚਨਾ ਕਰਦਾ ਹੈ। ਇਸ ਬਾਣੀ ਵਿੱਚ ਬਹੁਤ ਊਰਜਾ ਹੁੰਦੀ ਹੈ ਕਿਉਂਕਿ ਇਹ ਬ੍ਰਹਮ ਦੇ ਬੋਲ ਹੁੰਦੇ ਹਨ। ਇਸ ਵਿੱਚ ਅਮੁੱਕ ਊਰਜਾ ਹੁੰਦੀ ਹੈ। ਜਦੋਂ ਅਸੀਂ ਇਸ ਦਾ ਵਾਰ-ਵਾਰ ਜਾਪ ਕਰਦੇ ਹਾਂ ਤਾਂ ਸਾਡੇ ਸਰੀਰ ਅੰਦਰ ਇੱਕ ਅਲੌਕਿਕ ਊਰਜਾ ਪੈਦਾ ਹੋਣ ਲੱਗਦੀ ਹੈ। ਇਸ ਅਲੌਕਿਕ ਊਰਜਾ ਦੁਆਰਾ ਹੀ ਸਾਡਾ ਮਨ ਚੰਗੇ ਕੰਮਾਂ ਵੱਲ ਆਕਰਸ਼ਿਤ ਹੋਣ ਲੱਗ ਜਾਂਦਾ ਹੈ ਅਤੇ ਅਸੀਂ ਚੰਗੇ ਇਨਸਾਨ ਬਣ ਜਾਂਦੇ ਹਾਂ। ਇਸ ਊਰਜਾ ਨਾਲ ਅਸੀਂ ਪਰਮਾਤਮਾ ਵਿੱਚ ਅਟੁੱਟ ਵਿਸ਼ਵਾਸ ਰੱਖਣ ਲੱਗ ਜਾਂਦੇ ਹਾਂ। ਇਸ ਤੋਂ ਬਾਅਦ ਅਸੀਂ ਹਰ ਸਮੇਂ ਉਸ ਦੇ ਨਾਮ ਵਿੱਚ ਲੀਨ ਰਹਿਣ ਲੱਗ ਜਾਂਦੇ ਹਾਂ ਤੇ ਫਿਰ ਸਾਨੂੰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਤੇ ਅਸੀਂ ਬ੍ਰਹਮ ਗਿਆਨੀ ਬਣ ਜਾਂਦੇ ਹਾਂ। ਮੋਟਰ ਤਾਂ ਹੀ ਪਾਣੀ ਬਾਹਰ ਕੱਢੇਗੀ ਜੇਕਰ ਉਹ ਲਗਾਤਾਰ ਚੱਲੇਗੀ। ਜੇਕਰ ਅਸੀਂ ਉਸ ਨੂੰ ਇੱਕ ਸੈਕਿੰਡ ਦੇ ਲਈ ਬਿਜਲੀ ਦੇਵਾਂਗੇ ਤਾਂ ਉਹ ਹਰ ਵਾਰ ਸਿਰਫ ਗੇੜਾ ਦੇ ਕੇ ਹੀ ਬੰਦ ਹੋ ਜਾਵੇਗੀ ਤੇ ਧਰਤੀ ਵਿੱਚੋਂ ਪਾਣੀ ਨੂੰ ਬਾਹਰ ਨਹੀਂ ਕੱਢੇਗੀ। ਪਰ ਜਦੋਂ ਅਸੀਂ ਲਗਾਤਾਰ ਬਿਜਲੀ ਦਿੰਦੇ ਹਾਂ ਤਾਂ ਮੋਟਰ ਘੁੰਮਣ ਨਾਲ ਪੱਖੇ ਦੁਆਰਾ ਬਾਹਰ ਵੱਲ ਨੂੰ ਹਵਾ ਦਾ ਦਬਾਅ ਪੈਦਾ ਕੀਤਾ ਜਾਂਦਾ ਹੈ ਤੇ ਪਾਣੀ ਬਾਹਰ ਨਿਕਲ ਆਉਂਦਾ ਹੈ। ਜੋ ਲੋਕ ਇੱਕ ਵਾਰ ਬਾਣੀ ਦੇ ਅਰਥ ਪੜ੍ਹ ਕੇ ਗ੍ਰੰਥ ਨੂੰ ਬੰਦ ਕਰ ਦਿੰਦੇ ਹਨ, ਉਹਨਾਂ ਦੀ ਸਰੀਰ ਰੂਪੀ ਮੋਟਰ ਨੂੰ ਬਹੁਤ ਘੱਟ ਗੇੜਾ ਆਉਂਦਾ ਹੈ। ਭਾਵ ਉਹ ਕੁਝ ਕੁ ਊਰਜਾ ਹੀ ਪ੍ਰਾਪਤ ਕਰ ਪਾਉਂਦੇ ਹਨ। ਪਰ ਜੋ ਲਗਾਤਾਰ ਹਰ ਰੋਜ਼ ਬਾਣੀ ਪੜ੍ਹਦੇ ਹਨ, ਉਹਨਾਂ ਦੀ ਸਰੀਰ ਰੂਪੀ ਮੋਟਰ ਲਗਾਤਾਰ ਚੱਲਦੀ ਹੈ। ਫਿਰ ਹਵਾ ਦੇ ਦਬਾਅ ਰੂਪੀ ਅਲੌਕਿਕ ਊਰਜਾ ਉਹਨਾਂ ਦੇ ਅੰਦਰ ਪੈਦਾ ਹੋਣ ਲੱਗ ਜਾਂਦੀ ਹੈ ਤੇ ਪਾਣੀ ਰੂਪੀ ਅੰਮ੍ਰਿਤ ਬਾਹਰ ਕੱਢ ਦਿੰਦੀ ਹੈ। ਭਾਵ ਉਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪਰ ਇੱਥੇ ਇੱਕ ਗੱਲ ਵਰਣਨਯੋਗ ਹੈ ਕਿ ਜੇਕਰ ਮੋਟਰ ਦੇ ਪੱਖੇ ਤੋਂ ਮੂਹਰੇ ਲੱਗੇ ਫਲੈਕਸ ਬਾਲ ਵਿੱਚ ਲਗਾਤਾਰ ਹਵਾ ਦਾਖਲ ਹੁੰਦੀ ਹੈ ਤਾਂ ਮੋਟਰ ਦੇ ਲਗਾਤਾਰ ਘੁੰਮਣ ਉੱਤੇ ਵੀ ਹਵਾ ਦਾ ਦਬਾਅ ਬਾਹਰ ਵੱਲ ਨੂੰ ਨਹੀਂ ਬਣ ਪਾਏਗਾ ਕਿਉਂਕਿ ਫਲੈਕਸ ਬਾਲ ਵਿੱਚ ਦਾਖਲ ਹੋ ਰਹੀ ਹਵਾ ਪੱਖੇ ਦੁਆਰਾ ਬਾਹਰ ਨੂੰ ਖਿੱਚੀ ਜਾਣ ਵਾਲੀ ਹਵਾ ਨਾਲ ਬਾਹਰ ਵੱਲ ਨੂੰ ਦਬਾਅ ਪੈਦਾ ਨਹੀਂ ਹੋਣ ਦੇਵੇਗੀ। ਇਸ ਤਰ੍ਹਾਂ ਪਾਣੀ ਬਾਹਰ ਨਹੀਂ ਨਿਕਲ ਪਾਵੇਗਾ। ਇਸੇ ਤਰ੍ਹਾਂ ਜੋ ਲੋਕ ਹਰ ਰੋਜ਼ ਬਾਣੀ ਪੜ੍ਹ ਕੇ ਆਪਣੀ ਸਰੀਰ ਰੂਪੀ ਮੋਟਰ ਨੂੰ ਲਗਾਤਾਰ ਘੁਮਾਉਂਦੇ ਹਨ, ਜੇਕਰ ਉਹ ਲਗਾਤਾਰ ਹਵਾ ਰੂਪੀ ਪਾਪ ਦੁਆਰਾ ਆਪਣੇ ਅੰਦਰ ਹਵਾ ਦੇ ਦਬਾਅ ਰੂਪੀ ਅਲੌਕਿਕ ਊਰਜਾ ਦੇ ਦਬਾਅ ਨੂੰ ਨਸ਼ਟ ਕਰਦੇ ਰਹਿਣ ਤਾਂ ਪਾਣੀ ਰੂਪੀ ਅੰਮ੍ਰਿਤ ਕਦੇ ਵੀ ਬਾਹਰ ਨਹੀਂ ਆ ਪਾਵੇਗਾ। ਇਸ ਲਈ ਬਾਣੀ ਲਗਾਤਾਰ ਤਾਂ ਪੜ੍ਹੋ ਪਰ ਪਾਪ ਤੋਂ ਵੀ ਦੂਰ ਰਹੋ। ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਬਾਣੀ ਬਾਰ-ਬਾਰ ਕਿਉਂ ਪੜ੍ਹਨੀ ਚਾਹੀਦੀ ਹੈ।
ਭਗਤੀ ਕਰਨ ਵਾਲਾ ਭਾਵੇਂ ਕਿਸੇ ਵੀ ਜਾਤ, ਧਰਮ ਅਤੇ ਨਸਲ ਦਾ ਹੋਵੇ, ਭਗਤੀ ਦਾ ਫਲ ਸਭ ਨੂੰ ਬਰਾਬਰ ਮਿਲਦਾ ਹੈ। ਜੇਕਰ ਕੋਈ ਦੁਸ਼ਟ ਵਿਅਕਤੀ ਇੱਕ ਚੰਗੇ ਮਨੁੱਖ ਦੁਆਰਾ ਕੀਤੀ ਜਾਣ ਵਾਲੀ ਭਗਤੀ ਦੇ ਬਰਾਬਰ ਭਗਤੀ ਕਰਦਾ ਹੈ ਤਾਂ ਉਸ ਨੂੰ ਓਨਾ ਹੀ ਫਲ ਪ੍ਰਾਪਤ ਹੁੰਦਾ ਹੈ ਜਿੰਨਾ ਕਿ ਇੱਕ ਚੰਗੇ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ। ਪਰਮਾਤਮਾ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦਾ। ਉਸ ਲਈ ਦੇਵਤਾ ਤੇ ਰਾਖਸ਼ ਬਿਰਤੀ ਦੇ ਮਨੁੱਖ ਬਰਾਬਰ ਹਨ। ਭਗਤੀ ਦਾ ਫਲ ਹਰ ਇੱਕ ਨੂੰ ਮਿਲਦਾ ਹੈ। ਕਰਮ ਚੱਕਰ ਇੱਕ ਅਲੱਗ ਚੀਜ਼ ਹੈ। ਅਸੀਂ ਜੋ ਕਰਾਂਗੇ ਸਾਨੂੰ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੋਵੇਗਾ। ਜੋ ਅਸੀਂ ਪਾਪ ਕੀਤੇ ਹਨ ਉਹਨਾਂ ਦਾ ਦੰਡ ਤਾਂ ਸਾਨੂੰ ਮਿਲਦਾ ਹੀ ਹੈ, ਭਾਵੇਂ ਅਸੀਂ ਜਿੰਨੀ ਮਰਜ਼ੀ ਭਗਤੀ ਕਰੀਏ। ਪਰ ਭਗਤੀ ਕਰਨ ਨਾਲ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਮਨੁੱਖ ਚੰਗੇ ਕਰਮ ਕਰਨ ਲੱਗ ਜਾਂਦਾ ਹੈ। ਉਸ ਦੇ ਅੰਦਰੋਂ ਘਟੀਆ ਵਿਚਾਰ ਬਾਹਰ ਨਿਕਲ ਜਾਂਦੇ ਹਨ। ਉਹ ਚੰਗੇ ਗੁਣ ਧਾਰਨ ਕਰ ਲੈਂਦਾ ਹੈ ਤੇ ਅੱਗੇ ਤੋਂ ਪਾਪ ਕਰਨੇ ਛੱਡ ਦਿੰਦਾ ਹੈ। ਜਦ ਉਹ ਆਪਣੇ ਪੁਰਾਣੇ ਪਾਪਾਂ ਦੀ ਸਜ਼ਾ ਪੂਰੀ ਤਰ੍ਹਾਂ ਭੁਗਤ ਲੈਂਦਾ ਹੈ ਤੇ ਅੱਗੇ ਹੋਰ ਪਾਪ ਨਹੀਂ ਕਰਦਾ ਤਾਂ ਫਿਰ ਉਸ ਦਾ ਲੇਖਾ ਖਤਮ ਹੋ ਜਾਂਦਾ ਹੈ ਤੇ ਫਿਰ ਉਸ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਭਗਤੀ ਕਰਨ ਲਈ ਇਹ ਸਮਝ ਲੈਣਾ ਸਭ ਤੋਂ ਵੱਧ ਜ਼ਰੂਰੀ ਹੈ ਕਿ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਮੈਨੂੰ ਇਹ ਫਲ ਪ੍ਰਾਪਤ ਹੋਵੇ ਜਾਂ ਮੇਰੀ ਕੋਈ ਇੱਛਾ ਪੂਰੀ ਹੋਵੇ। ਭਗਤੀ ਕਰੋ, ਇੱਛਾਵਾਂ ਆਪ ਪੂਰੀਆਂ ਹੋਣਗੀਆਂ। ਜੇ ਨਹੀਂ ਹੁੰਦੀਆਂ ਤਾਂ ਡੋਲਣ ਦੀ ਲੋੜ ਨਹੀਂ। ਸਾਡੇ ਕਰਮਾਂ ਅਨੁਸਾਰ ਸਾਨੂੰ ਜੋ ਫਲ ਮਿਲਣਾ ਹੈ ਉਹ ਆਪ ਹੀ ਮਿਲ ਜਾਣਾ ਹੈ। ਭਗਤੀ ਮਾਰਗ ਇੰਨਾ ਆਸਾਨ ਨਹੀਂ ਹੈ। ਅਸੀਂ ਸੋਚਦੇ ਹਾਂ ਕਿ ਮੈਨੂੰ 2 ਸਾਲ ਭਗਤੀ ਕਰਕੇ ਰੱਬ ਮਿਲ ਜਾਵੇ ਜਾਂ 20 ਸਾਲ ਭਗਤੀ ਕਰਕੇ ਰੱਬ ਮਿਲ ਜਾਵੇ। ਇਹ ਸੋਚ ਗਲਤ ਹੈ। ਭਗਤੀ ਕਰਨਾ ਸਾਡਾ ਫਰਜ਼ ਹੈ। ਇਹ ਸਾਡਾ ਕਰਮ ਹੈ। ਤੁਸੀਂ ਇਹ ਸੋਚ ਲਵੋ ਕਿ ਅਸੀਂ ਜਨਮਾਂ ਜਨਮਾਤਰਾਂ ਤੱਕ ਭਗਤੀ ਕਰਨੀ ਹੈ। ਪਰਮਾਤਮਾ ਦੀ ਜਦ ਮਰਜ਼ੀ ਹੋਵੇਗੀ ਉਹ ਸਾਨੂੰ ਦਰਸ਼ਨ ਦੇ ਦੇਵੇਗਾ। ਭਗਤੀ ਕਰਨ ਨਾਲ ਸਾਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਸਾਡਾ ਮਨ ਸ਼ਾਂਤ ਰਹਿੰਦਾ ਹੈ। ਇਸ ਦੀਆਂ ਭੁੱਖਾਂ ਮਿਟ ਜਾਂਦੀਆਂ ਹਨ। ਇੱਕ ਭਗਤ ਦੀ ਰੱਖਿਆ ਲਈ ਚੰਗੀਆਂ ਆਤਮਾਵਾਂ ਭਾਵ ਦੇਵੀ ਦੇਵਤੇ ਹਰ ਸਮੇਂ ਉਸ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਹਨ। ਜੇਕਰ ਉਸ ਨੂੰ ਕੋਈ ਤੰਗ ਕਰਦਾ ਹੈ ਤਾਂ ਇਹ ਦੇਵੀ ਦੇਵਤੇ ਉਸ ਤੰਗ ਕਰਨ ਵਾਲੇ ਨੂੰ ਸਜ਼ਾ ਦਿੰਦੇ ਹਨ। ਭਗਤੀ ਕਰਨ ਨਾਲ ਪਰਿਵਾਰ ਵਿੱਚ ਸੁੱਖ ਸ਼ਾਂਤੀ ਰਹਿੰਦੀ ਹੈ। ਅਸੀਂ ਅਰੋਗ ਰਹਿੰਦੇ ਹਾਂ ਤੇ ਧਨ ਦੀ ਕਮੀ ਨਹੀਂ ਰਹਿੰਦੀ। ਪਰਮਾਤਮਾ ਦੀ ਪ੍ਰਾਪਤੀ ਬਹੁਤ ਪਰੇ ਦੀ ਗੱਲ ਹੈ। ਉਸ ਨੂੰ ਤੁਸੀਂ ਧੱਕੇ ਨਾਲ ਪ੍ਰਾਪਤ ਨਹੀਂ ਕਰ ਸਕਦੇ। ਉਹ ਆਪਣੀ ਮਰਜ਼ੀ ਨਾਲ ਆਉਂਦਾ ਹੈ। ਉਸ ਦੀ ਪ੍ਰਾਪਤੀ ਉਸ ਵੇਲੇ ਹੁੰਦੀ ਹੈ ਜਦ ਸਾਡੇ ਅੰਦਰ ਦੀਆਂ ਸਾਰੀਆਂ ਇੱਛਾਵਾਂ ਮਰ ਜਾਂਦੀਆਂ ਹਨ। ਇੱਥੋਂ ਤੱਕ ਕਿ ਜੀਣ ਦੀ ਇੱਛਾ ਵੀ ਮਰ ਜਾਂਦੀ ਹੈ। ਕਈ ਮਨੁੱਖ ਇਹ ਸੋਚਦੇ ਹਨ ਕਿ ਭਗਤੀ ਕਰਨ ਸਮੇਂ ਬਿਲਕੁਲ ਵੀ ਸਵਾਦ ਨਹੀਂ ਆਉਂਦਾ। ਉਹ ਕਹਿੰਦੇ ਹਨ ਕਿ ਅਸੀਂ ਅੱਕ ਜਾਂਦੇ ਹਾਂ, ਪਰ ਇਹ ਸਿਰਫ ਸ਼ੁਰੂਆਤ ਵਿੱਚ ਹੀ ਹੁੰਦਾ ਹੈ। ਸਮਾਜਿਕ ਵਸਤੂਆਂ ਤੋਂ ਸਾਨੂੰ ਜਿਵੇਂ ਆਨੰਦ ਮਿਲਦਾ ਹੈ, ਭਗਤੀ ਤੋਂ ਆਨੰਦ ਪ੍ਰਾਪਤ ਹੋਣ ਦੀ ਕਿਰਿਆ ਇਸ ਤੋਂ ਬਿਲਕੁਲ ਉਲਟ ਹੈ। ਸੰਸਾਰਕ ਵਸਤੂਆਂ ਸ਼ੁਰੂਆਤ ਵਿੱਚ ਆਨੰਦ ਦਿੰਦੀਆਂ ਹਨ, ਪਰ ਹੌਲੀ-ਹੌਲੀ ਕੁਝ ਦਿਨਾਂ ਪਿੱਛੋਂ ਇਹਨਾਂ ਦਾ ਆਨੰਦ ਖਤਮ ਹੋ ਜਾਂਦਾ ਹੈ। ਜਦ ਇਹ ਪੁਰਾਣੀਆਂ ਹੋ ਜਾਂਦੀਆਂ ਹਨ ਤਾਂ ਇਹ ਸਾਨੂੰ ਬਿਲਕੁਲ ਵੀ ਆਨੰਦ ਨਹੀਂ ਦਿੰਦੀਆਂ। ਪਰ ਭਗਤੀ ਬਿਲਕੁਲ ਅਲੱਗ ਹੈ। ਸ਼ੁਰੂਆਤ ਵਿੱਚ ਇਸ ਵਿੱਚੋਂ ਬਿਲਕੁਲ ਵੀ ਆਨੰਦ ਨਹੀਂ ਆਉਂਦਾ। ਅਸੀਂ ਉਦਾਸ ਹੋ ਜਾਂਦੇ ਹਾਂ, ਪਰ ਜਿਵੇਂ-ਜਿਵੇਂ ਦਿਨ ਲੰਘਦੇ ਜਾਂਦੇ ਹਨ ਤਾਂ ਇਸ ਵਿੱਚੋਂ ਆਨੰਦ ਆਉਣ ਲੱਗ ਜਾਂਦਾ ਹੈ। ਹੌਲੀ-ਹੌਲੀ ਇੰਨਾ ਆਨੰਦ ਆਉਣ ਲੱਗ ਜਾਂਦਾ ਹੈ ਕਿ ਮਨੁੱਖ ਨਾਮ ਜਪਦਾ ਜਪਦਾ ਝੂਮਣ ਲੱਗ ਜਾਂਦਾ ਹੈ। ਉਹ ਨੱਚਣ ਲੱਗ ਜਾਂਦਾ ਹੈ। ਮਨੁੱਖ ਮਸਤਾਨਾ ਬਣ ਜਾਂਦਾ ਹੈ। ਇਹ ਆਨੰਦ ਇੱਕ ਦਿਨ ਇੰਨਾ ਵੱਧ ਜਾਂਦਾ ਹੈ ਕਿ ਅਸੀਂ ਇਸ ਆਨੰਦ ਦੁਆਰਾ ਮਹਾਂ ਆਨੰਦ ਵਿੱਚ ਲੀਨ ਹੋ ਜਾਂਦੇ ਹਾਂ। ਭਗਤੀ ਸ਼ੁਰੂਆਤ ਵਿੱਚ ਮੁਸ਼ਕਲ ਲੱਗਦੀ ਹੈ, ਪਰ ਹੌਲੀ-ਹੌਲੀ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਭਗਤੀ ਕਰਨ ਨਾਲ ਆਨੰਦ ਦਿਨੋਂ ਦਿਨ ਘਟਣਾ ਨਹੀਂ, ਸਗੋਂ ਹੋਰ ਵੀ ਵੱਧਦਾ ਹੈ।
ਸੰਸਾਰੀ ਵਸਤੂਆਂ ਆਨੰਦ ਤੋਂ ਉਦਾਸੀ ਵੱਲ ਲੈ ਜਾਂਦੀਆਂ ਹਨ, ਪਰ ਭਗਤੀ ਉਦਾਸੀ ਤੋਂ ਆਨੰਦ ਵਿੱਚ ਲੈ ਜਾਂਦੀ ਹੈ। ਤਜਰਬਾ ਕਰਕੇ ਵੇਖੋ। ਬਿਨਾਂ ਕੋਈ ਤਜਰਬਾ ਕੀਤੇ ਕਿਸੇ ਵੀ ਚੀਜ਼ ਸੰਬੰਧੀ ਫੈਸਲਾ ਲੈਣਾ ਮੂਰਖਤਾ ਹੈ। ਤੁਸੀਂ ਹਰ ਰੋਜ਼ ਅੱਧਾ ਘੰਟਾ ਪਰਮਾਤਮਾ ਦਾ ਨਾਮ ਜਪ ਕੇ ਵੇਖੋ। ਪਹਿਲਾਂ ਮੁਸ਼ਕਲ ਲੱਗੇਗਾ, ਪਰ ਹੌਲੀ ਹੌਲੀ ਕੁਝ ਮਹੀਨੇ ਬਾਅਦ ਇੰਨਾ ਆਨੰਦ ਆਉਣ ਲੱਗ ਜਾਵੇਗਾ ਕਿ ਤੁਸੀਂ ਸਾਰੀ ਦਿਹਾੜੀ ਪਰਮਾਤਮਾ ਦਾ ਨਾਮ ਜਪਣ ਲੱਗ ਜਾਵੋਗੇ ਅਤੇ ਤੁਹਾਡੇ ਮਨ ਅੰਦਰ ਚੱਲਣ ਵਾਲੀ ਉਥਲ ਪੁਥਲ ਸ਼ਾਂਤ ਹੋ ਜਾਵੇਗੀ। ਭਗਤੀ ਕਰਨ ਸਮੇਂ ਕਈ ਲੋਕਾਂ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਸਾਡਾ ਮਨ ਇੱਕ ਥਾਂ ਉੱਤੇ ਟਿਕਦਾ ਤਾਂ ਹੈ ਨਹੀਂ, ਫਿਰ ਕੀ ਫਾਇਦਾ, ਸਾਡਾ ਧਿਆਨ ਤਾਂ ਲੱਗਦਾ ਹੀ ਨਹੀਂ। ਸਾਡੀ ਇਸ ਤਰ੍ਹਾਂ ਦੀ ਸੋਚ ਨਾਲ ਅਸੀਂ ਡੁੱਲ ਜਾਂਦੇ ਹਾਂ। ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਮਨ ਦਾ ਤਾਂ ਇਹ ਕੰਮ ਹੀ ਹੈ ਕਿ ਇਹ ਸਾਡਾ ਧਿਆਨ ਭੰਗ ਕਰੇ। ਤੁਸੀਂ ਦੁਖੀ ਨਾ ਹੋਵੋ। ਜਿਹੜੇ ਪਾਸੇ ਇਹ ਜਾਂਦਾ ਹੈ ਇਸ ਨੂੰ ਜਾਣ ਦਿਓ। ਤੁਸੀਂ ਬਾਰ-ਬਾਰ ਭਗਤੀ ਵਿੱਚ ਧਿਆਨ ਲਗਾਓ। ਜੇ ਇਹ ਭੱਜਦਾ ਹੈ ਤਾਂ ਇਸ ਨੂੰ ਬਾਰ-ਬਾਰ ਮੋੜ ਕੇ ਲਿਆਓ। ਇਹ ਨਾ ਸੋਚੋ ਕਿ ਜੇ ਸਾਡਾ ਧਿਆਨ ਕਿਸੇ ਹੋਰ ਪਾਸੇ ਚਲਿਆ ਗਿਆ ਤਾਂ ਭਗਤੀ ਭੰਗ ਹੋ ਗਈ। ਇਹ ਸੋਚ ਗਲਤ ਹੈ। ਇਸ ਤਰ੍ਹਾਂ ਭਗਤੀ ਭੰਗ ਨਹੀਂ ਹੁੰਦੀ। ਤੁਸੀਂ ਧਿਆਨ ਲਗਾਓ। ਧਿਆਨ ਹੋਰ ਪਾਸੇ ਗਿਆ ਤਾਂ ਇਸ ਨੂੰ ਮੋੜ ਕੇ ਲਿਆਓ। ਪਹਿਲਾਂ ਅਸੀਂ 15 ਕੁ ਸੈਕਿੰਡ ਹੀ ਭਗਤੀ ਵਿੱਚ ਧਿਆਨ ਲਗਾ ਪਾਉਂਦੇ ਹਾਂ। ਹਰ 15 ਸੈਕਿੰਡ ਤੋਂ ਬਾਅਦ ਮਨ ਕਿਸੇ ਨਾ ਕਿਸੇ ਹੋਰ ਵਿਚਾਰ ਵਿੱਚ ਗੁਆਚ ਜਾਂਦਾ ਹੈ। ਅਸੀਂ ਇਸ ਨੂੰ ਮੋੜ ਕੇ ਫਿਰ ਭਗਤੀ ਵਿੱਚ ਲਗਾਉਂਦੇ ਹਾਂ ਅਤੇ ਲਗਭਗ 15 ਕੁ ਸੈਕਿੰਡ ਬਾਅਦ ਇਹ ਫਿਰ ਹੋਰ ਪਾਸੇ ਚਲਾ ਜਾਂਦਾ ਹੈ। ਇਹ ਕੋਈ ਚਿੰਤਾ ਦੀ ਗੱਲ ਨਹੀਂ ਹੈ। ਇਹ ਹੀ ਤਾਂ ਭਗਤੀ ਹੈ। ਇਸ ਨੂੰ ਹੀ ਭਗਤੀ ਕਿਹਾ ਜਾਂਦਾ ਹੈ। ਬਾਰ-ਬਾਰ ਪਰਮਾਤਮਾ ਵਿੱਚ ਧਿਆਨ ਲਗਾਉਣਾ, ਇਸ ਨੂੰ ਹੀ ਭਗਤੀ ਕਿਹਾ ਹੈ। ਭਗਤੀ ਦਾ ਮੁੱਖ ਉਦੇਸ਼ ਹੈ ਮਨ ਨੂੰ ਟਿਕਾਉਣਾ। ਤੁਸੀਂ ਭਗਤੀ ਕਰੋ, ਧਿਆਨ ਲਗਾਓ, ਮਨ ਭੱਜਦਾ ਹੈ, ਇਸ ਨੂੰ ਮੋੜ ਕੇ ਲਿਆਓ। ਇਹ ਹੀ ਭਗਤੀ ਹੈ। ਤੁਹਾਡਾ ਮਨ ਹੌਲੀ-ਹੌਲੀ ਸ਼ਾਂਤ ਹੋਣ ਲੱਗ ਜਾਵੇਗਾ ਅਤੇ ਫਿਰ ਇੱਕ ਦਿਨ ਅਜਿਹਾ ਆਵੇਗਾ ਕਿ ਤੁਸੀਂ ਕਈ ਘੰਟੇ ਧਿਆਨ ਲਗਾ ਕੇ ਵੀ ਬੈਠੋਗੇ ਤਾਂ ਤੁਹਾਡਾ ਮਨ 1 ਸੈਕਿੰਡ ਲਈ ਵੀ ਕਿਸੇ ਹੋਰ ਪਾਸੇ ਨਹੀਂ ਜਾਵੇਗਾ। ਮਨ ਨੂੰ ਸ਼ਾਂਤ ਕਰਨ ਲਈ ਹੀ ਭਗਤੀ ਕੀਤੀ ਜਾਂਦੀ ਹੈ। ਜੇਕਰ ਇਹ ਨਹੀਂ ਟਿਕਦਾ ਤਾਂ ਇਸ ਵਿੱਚ ਇਹ ਸੋਚਣ ਦੀ ਲੋੜ ਨਹੀਂ ਕਿ ਸਾਡਾ ਧਿਆਨ ਨਹੀਂ ਲੱਗ ਰਿਹਾ। ਮਨ ਨੂੰ ਬਾਰ-ਬਾਰ ਭਗਤੀ ਵਿੱਚ ਲਗਾਉਣਾ ਹੀ ਧਿਆਨ ਹੈ। ਇਸ ਨੂੰ ਹੀ ਧਿਆਨ ਕਹਿੰਦੇ ਹਨ। ਅਸੀਂ ਪਰਮਾਤਮਾ ਵਿੱਚ ਧਿਆਨ ਰੱਖਦੇ ਹਾਂ ਅਤੇ ਸਾਡਾ ਮਨ ਹੋਰ ਪਾਸੇ ਜਾਂਦਾ ਹੈ। ਅਸੀਂ ਇਸ ਨੂੰ ਮੋੜ ਕੇ ਲਿਆਉਂਦੇ ਹਾਂ ਅਤੇ ਫਿਰ ਭਗਤੀ ਕਰਦੇ ਹਾਂ। ਇਹ ਫਿਰ ਭੱਜਦਾ ਹੈ। ਅਸੀਂ ਧਿਆਨ ਨਾਲ ਇਸ ਨੂੰ ਫਿਰ ਮੋੜ ਕੇ ਲਿਆਉਂਦੇ ਹਾਂ। ਮਨ ਭੱਜੇ ਅਤੇ ਅਸੀਂ ਇਸ ਨੂੰ ਮੋੜ ਕੇ ਵਾਪਸ ਪਰਮਾਤਮਾ ਦੀ ਯਾਦ ਵਿੱਚ ਲੈ ਆਈਏ। ਇਹ ਹੀ ਭਗਤੀ ਹੈ। ਇਸ ਲਈ ਮਨ ਦੇ ਹੋਰ ਪਾਸੇ ਜਾਣ ਦਾ ਰੋਸ ਨਾ ਮਨਾਓ। ਇਸ ਨੂੰ ਮੋੜ ਕੇ ਲਿਆਓ ਅਤੇ ਪਰਮਾਤਮਾ ਵਿੱਚ ਧਿਆਨ ਲਗਾਓ। ਇਹ ਹੀ ਭਗਤੀ ਹੈ। ਅਸੀਂ ਸਭ ਜਾਣਦੇ ਹਾਂ ਕਿ ਭਗਤੀ ਕਰਨ ਦਾ ਕੋਈ ਸਮਾਂ ਨਹੀਂ ਹੁੰਦਾ। ਇਹ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਜਦ ਧਰਮ ਕਹਿੰਦਾ ਹੈ ਕਿ ਤੜਕੇ ਉੱਠ ਕੇ ਭਗਤੀ ਕਰੋ ਤਾਂ ਕਈ ਬਹਾਨੇਖੋਰ ਲੋਕ ਕਹਿ ਦਿੰਦੇ ਹਨ ਕਿ ਤੜਕੇ ਉੱਠਣ ਦੀ ਕੀ ਲੋੜ ਹੈ। ਭਗਤੀ ਤਾਂ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ, ਪਰ ਇਹ ਆਪ ਦੇਰ ਨਾਲ ਉੱਠ ਕੇ ਵੀ ਭਗਤੀ ਨਹੀਂ ਕਰਦੇ। ਇਹਨਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਧਰਮ ਦਾ ਸਾਡੇ ਸੰਸਾਰਿਕ ਅਤੇ ਅਧਿਆਤਮਿਕ ਕੰਮ ਵਿੱਚ ਤਾਲਮੇਲ ਬਣਾ ਕੇ ਰੱਖਣਾ ਪਹਿਲਾ ਟੀਚਾ ਹੁੰਦਾ ਹੈ। ਜੇਕਰ ਅਸੀਂ ਤੜਕੇ ਉੱਠ ਕੇ ਭਗਤੀ ਕਰਦੇ ਹਾਂ ਤਾਂ ਸਾਡੇ ਸੰਸਾਰਿਕ ਕੰਮਾਂ ਵਿੱਚ ਵਿਘਨ ਨਹੀਂ ਪੈਂਦਾ ਅਤੇ ਨਾਲ ਹੀ ਇਸ ਤਰ੍ਹਾਂ ਸਾਡੇ ਧਾਰਮਿਕ ਕੰਮ ਵਿੱਚ ਸੰਸਾਰਿਕ ਕੰਮ ਵਿਘਨ ਨਹੀਂ ਬਣਦੇ। ਸੰਸਾਰਿਕ ਅਤੇ ਧਾਰਮਿਕ ਕੰਮ ਇੱਕ ਦੂਜੇ ਲਈ ਅੜਿੱਕਾ ਬਣੇ ਬਿਨਾਂ ਚੱਲਦੇ ਰਹਿਣ, ਇਸ ਲਈ ਹੀ ਧਰਮ ਦੁਆਰਾ ਇਹ ਵਿਵਸਥਾ ਕੀਤੀ ਗਈ ਹੈ। ਦੂਸਰੀ ਗੱਲ ਇਹ ਹੈ
ਕਿ ਤੜਕੇ ਜਲਦੀ ਉੱਠਣ ਨਾਲ ਸਾਡੀ ਸਿਹਤ ਵੀ ਚੰਗੀ ਰਹਿੰਦੀ ਹੈ ਅਤੇ ਸਿਹਤ ਚੰਗੀ ਹੋਣ ਨਾਲ ਹੀ ਅਸੀਂ ਚੰਗੀ ਤਰ੍ਹਾਂ ਭਗਤੀ ਕਰ ਸਕਦੇ ਹਾਂ। ਭਗਤੀ ਕਰਨ ਨਾਲ ਬ੍ਰਹਿਮੰਡ ਵਿੱਚੋਂ ਸਾਡੇ ਅੰਦਰ ਸਕਾਰਾਤਮਕ ਊਰਜਾ ਦਾਖਲ ਹੁੰਦੀ ਰਹਿੰਦੀ ਹੈ, ਜਿਸ ਕਾਰਨ ਸਾਡੇ ਅੰਦਰ ਚੰਗੇ ਗੁਣ ਪੈਦਾ ਹੋ ਜਾਂਦੇ ਹਨ। ਅਸੀਂ ਨਿਡਰ ਹੋ ਜਾਂਦੇ ਹਾਂ। ਸਾਡੇ ਅੰਦਰੋਂ ਹਰ ਤਰ੍ਹਾਂ ਦਾ ਡਰ ਭੈ ਬਾਹਰ ਨਿਕਲ ਜਾਂਦਾ ਹੈ। ਸਾਡੇ ਅੰਦਰ ਅਲੌਕਿਕ ਸ਼ਕਤੀਆਂ ਪੈਦਾ ਹੋ ਜਾਂਦੀਆਂ ਹਨ। ਸਾਡਾ ਇੱਕ ਬੋਲ ਹੀ ਤੋਪ ਦੇ ਗੋਲੇ ਤੋਂ ਵੱਧ ਬਲਵਾਨ ਹੋ ਜਾਂਦਾ ਹੈ। ਸਾਡੀ ਜ਼ੁਬਾਨ ਉੱਤੇ ਸੱਤਿਆ ਆ ਜਾਂਦੀ ਹੈ। ਸਾਡੇ ਬੋਲ ਸੱਚ ਹੋਣ ਲੱਗ ਜਾਂਦੇ ਹਨ। ਇਹ ਸਭ ਕੁਝ ਕੁ ਸਾਲਾਂ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ, ਪਰ ਇਸ ਦੇ ਲਈ ਹਰ ਸਮੇਂ ਪਰਮਾਤਮਾ ਦਾ ਨਾਮ ਜਪਣਾ ਪੈਂਦਾ ਹੈ। ਹਰ ਸਮੇਂ ਉਸ ਨੂੰ ਚੇਤੇ ਰੱਖਣਾ ਪੈਂਦਾ ਹੈ। ਕਈ ਸੋਚਦੇ ਹਨ ਕਿ ਜੇਕਰ ਕਿਸੇ ਨਾਲ ਕੋਈ ਗੱਲ ਕਰਨੀ ਪੈਂਦੀ ਹੈ ਤਾਂ ਫਿਰ ਉਸ ਸਮੇਂ ਪਰਮਾਤਮਾ ਦਾ ਨਾਮ ਨਹੀਂ ਜਪ ਹੁੰਦਾ। ਉਸ ਸਮੇਂ ਤੁਸੀਂ ਪਰਮਾਤਮਾ ਨੂੰ ਚੇਤੇ ਰੱਖੋ। ਪਰਮਾਤਮਾ ਨੂੰ ਚੇਤੇ ਰੱਖਣਾ ਉਸ ਦਾ ਨਾਮ ਜਪਣਾ ਹੀ ਹੈ। ਭਗਤੀ ਸਿਰਫ ਇਹ ਹੀ ਨਹੀਂ ਹੈ ਕਿ ਤੁਸੀਂ ਇੱਕ ਥਾਂ ਉੱਤੇ ਬੈਠ ਕੇ ਪਰਮਾਤਮਾ ਦਾ ਨਾਮ ਜਪਦੇ ਰਹੋ। ਇਸ ਤੋਂ ਇਲਾਵਾ ਵੀ ਭਗਤੀ ਦੇ ਕਈ ਰੂਪ ਹਨ। ਸੱਚ ਬੋਲਣਾ ਸਭ ਤੋਂ ਵੱਡੀ ਭਗਤੀ ਹੈ। ਪਰਮਾਤਮਾ ਨੂੰ ਹਰ ਸਮੇਂ ਯਾਦ ਰੱਖਣਾ ਵੀ ਇੱਕ ਭਗਤੀ ਹੈ। ਵਫਾਦਾਰੀ ਵੀ ਇੱਕ ਭਗਤੀ ਹੈ। ਇਮਾਨਦਾਰੀ ਵੀ ਇੱਕ ਭਗਤੀ ਹੈ। ਸਮਰਪਣ ਵੀ ਇੱਕ ਭਗਤੀ ਹੈ। ਤਿਆਗ ਵੀ ਇੱਕ ਭਗਤੀ ਹੈ। ਸੱਚ ਲਈ ਲੜਨਾ ਵੀ ਇੱਕ ਭਗਤੀ ਹੈ। ਜਦ ਅਸੀਂ ਇਹਨਾਂ ਭਗਤੀ ਦੇ ਸਾਰੇ ਰੂਪਾਂ ਨੂੰ ਨਿਭਾਉਣ ਲੱਗ ਜਾਂਦੇ ਹਾਂ ਤਾਂ ਉਸ ਸਮੇਂ ਅਸੀਂ ਭਗਤ ਬਣ ਜਾਂਦੇ ਹਾਂ। ਆਤਮਾ ਦੀ ਪ੍ਰਾਪਤੀ ਲਈ, ਪਰਮਾਤਮਾ ਦੀ ਪ੍ਰਾਪਤੀ ਲਈ ਭਗਤੀ ਦੇ ਇਹਨਾਂ ਸਾਰੇ ਰੂਪਾਂ ਨੂੰ ਅਪਣਾਉਣਾ ਲਾਜ਼ਮੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।